ਤੇ ਬਾਬਾ ਜੀ ਮਾਤਾ ਜੀ ਦੇ ਅੱਛੇ ਸੰਸਕਾਰ ਦਿੱਤੇ ਸਾਨੂੰ, ਲੇਕਿਨ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਆਪਣੇ ਤਨੋਂ ਮਨੋਂ ਤੇ ਧਨੋਂ ਕੁਛ ਮਾੜਾ ਕਰਮ ਨਹੀਂ ਕੀਤਾ, ਪਰ ਫਿਰ ਵੀ ਮੇਰੇ ਨਾਲ ਮਾੜਾ ਹੀ ਹੁੰਦਾ। ਬੇਟਾ ਆਪਾਂ ਨੂੰ ਕੀ ਪਤਾ ਮਾੜਾ ਕੀ ਹੈ ਚੰਗਾ ਕੀ ਹੈ। ਜੋ ਵੀ ਹੁੰਦਾ ਹੈ, ਕਰਮਾਂ ਕਰਕੇ ਹੁੰਦਾ ਹੈ। ਹੁਣ ਕਰਮਾਂ ਦਾ ਬੋਝ ਤਾਂ ਆਪਾਂ ਪੂਰਾ ਕਰਨਾ ਹੀ ਕਰਨਾ ਹੈ ਬੇਟਾ। ਸੋ ਆਪਾਂ ਨਹੀਂ ਪਰਖਾਂ ਵਿੱਚ ਪੈਣਾ, ਆਪਾਂ ਤਾਂ ਉਹਦੇ ਹੁਕਮ ਵਿੱਚ ਰਹਿਣਾ ਹੈ। ਠੀਕ ਹੈ ਨਾ। ਮਕਸਦ ਸਾਡਾ ਇਹ ਹੈ ਕਿ ਆਪਾਂ ਨੂੰ ਦੁਬਾਰਾ ਨਾ ਆਉਣਾ ਪਵੇ ਔਰ ਆਪਾਂ ਵਾਪਸ ਆਪਣੇ ਸੱਚੇ ਘਰ ਪਹੁੰਚ ਜਾਈਏ। ਮਾਲਿਕ ਬੜਾ ਸੋਚ ਸਮਝ ਕੇ ਕਰਦਾ ਹੈ, ਮਾਲਿਕ ਬੜਾ ਸੋਚ ਸਮਝ ਕੇ ਦਿੰਦਾ ਹੈ। ਪਰਖਾਂ ਵਿੱਚ ਨਾ ਪਾਓ, ਆਪਣੇ ਵੱਲੋਂ ਮਿਹਨਤ ਕਰੋ। ਉਹਦੇ ਘਰ 'ਚ ਦੇਰ ਹੋ ਸਕਦੀ ਹੈ, ਅੰਧੇਰ ਨਹੀਂ ਹੋ ਸਕਦਾ। ਇਸ ਕਰਕੇ ਆਪਣੇ ਵੱਲੋਂ ਕਸਰ ਨਾ ਛੱਡੋ, ਬਾਕੀ ਮਾਲਿਕ ਤੇ ਛੱਡੋ। बाबा जी, जो हम बुरे कर्म करते हैं उनकी सज़ा हमें कम से कम मिले और उनका बोझ कम से कम उठाना पड़े, उसके लिए हमें क्या करना चाहिए? नहीं बेटा, ये कोई कम ज़्यादा नहीं है। जो है वो है। कर्म जो जो करेगा तो वही फिर भोगना भरना। जो भी हम कर्म करेंगे ना, उसका हिसाब किताब तो देना पड़ेगा। बाबा जी, बुरा कर्म करते वक्त मन इतना हावी हो जाता है कि हमें पता है कि हम बुरा कर्म कर रहे हैं, लेकिन हम फिर भी वो कर्म कर जाते हैं। इस स्थिति में हमें क्या करना चाहिए? बेटा अपने आप को संभालो, क्योंकि बोझ किसी और ने नहीं उठाना, बोझ आपको उठाना पड़ेगा। और अगर हम बोझ इतना हमने इकट्ठा कर लिया तो उसी के नीचे दब जाएंगे तो और क्या करेगा बेटा। दूसरा इंसान आपको समझा सकता है, मगर बोझ आपका उठा नहीं सकता। ਬਾਬਾ ਜੀ ਇਹ ਭਜਨ ਨੂੰ ਮੈਂ ਇੰਨਾ ਟਾਈਮ ਨਹੀਂ ਦਿੱਤਾ, ਪਰ ਇੱਕ ਬੀਪ ਜੀ ਬਹੁਤ ਵਾਰੀ ਤੁਰਦੇ ਫਿਰਦੇ ਬੈਠੇ ਹੋਏ ਇਕੱਲੇ ਉਹ ਸੁਣਾਈ ਦਿੰਦੀ ਰਹਿੰਦੀ ਹੈ। ਉਹ ਪਰਖ ਨਾ ਕਰੋ ਕਿ ਕਿਹੜੀ ਆਵਾਜ਼ ਸੁਣਾਈ ਦੇ ਰਹੀ ਹੈ। ਆਵਾਜ਼ ਦਾ ਤਾਲੁਕ ਹੈਗਾ ਤੁਹਾਨੂੰ ਰਸਤਾ ਦੱਸਣ ਵਾਸਤੇ ਕਿ ਕਿੱਧਰ ਜਾਣਾ ਹੈ। ਆਪਾਂ ਉਹਨੂੰ ਸੁਣਨ ਦੀ ਕੋਸ਼ਿਸ਼ ਕਰੋ, ਆਪਣੇ ਆਪ ਨੂੰ ਉਹਦੇ ਨਾਲ ਜੋੜਨ ਦੀ ਕੋਸ਼ਿਸ਼ ਕਰੋ। ਜਿਵੇਂ ਤੁਲਸੀ ਸਾਹਿਬ ਨੇ ਕਿਹਾ ਸੀ ਨਾ, ਆ ਰਹੀ ਧੁਰ ਸੇ ਸਦਾ ਤੇਰੇ ਬੁਲਾਣੇ ਕੇ लिए। ਇਹ ਆਵਾਜ਼ ਉਹਦੇ ਘਰੋਂ ਆ ਰਹੀ ਹੈ, ਸਾਨੂੰ ਬੁਲਾਵਾ ਦੇ ਰਹੀ ਹੈ। ਉਹਨੂੰ ਸੁਣ ਕੇ ਆਪਾਂ ਨੂੰ ਪਤਾ ਚੱਲਦਾ ਕਿ ਆਪਾਂ ਕਿੱਧਰ ਜਾਣਾ ਹੈ। ਆਪਣੇ ਆਪ ਨੂੰ ਉਹਦੇ ਨਾਲ ਜਾਣ ਦਿਓ, ਬਜਾਏ ਇਹਦੇ ਕਿ ਸੋਚੀਏ ਕਿਹੜੀ ਆਵਾਜ਼ ਹੈ, ਕਿੱਥੋਂ ਆ ਰਹੀ ਹੈ, ਨਹੀਂ ਆ ਰਹੀ ਹੈ। ਸੁਣੋ, ਆਨੰਦ ਲਓ। ਠੀਕ ਹੈ ਬਾਬਾ ਜੀ, ਅੰਗ ਸੰਗ ਰਿਓ, ਭਜਨ ਸਿਮਰਨ ਕਰਾਓ ਬਾਬਾ ਜੀ। ਬਾਬਾ ਜੀ ਰਾਜ ਸਵਾਮੀ, ਬਾਬਾ ਜੀ ਮੇਰਾ ਪਹਿਲਾ ਕੁਐਸਚਨ ਇਹ ਹੈ ਕਿ ਬਾਬਾ ਜੀ ਸੰਤ ਮਤ 'ਚ ਫਿਜ਼ੀਕਲ ਦਰਸ਼ਨਾਂ ਦੀ ਕਿਆ ਇੰਪੋਰਟੈਂਸ ਹੈ, ਕਿਆ ਮਹੱਤਤਾ ਹੈ ਬਾਬਾ ਜੀ? ਬੇਟਾ ਜਿਵੇਂ ਮੈਂ ਬੇਨਤੀ ਕੀਤੀ ਨਾ ਕਿ ਮਨ ਸੰਬੰਧ ਦੇ ਨਾਲ ਚੱਲਦਾ ਹੈ। ਇਹਨੇ ਹਰੇਕ ਚੀਜ਼ ਦਾ ਇੱਕ ਸੰਬੰਧ ਜੋੜਿਆ ਹੋਇਆ ਹੈ। ਕਈ ਇਨਸਾਨਾਂ ਦੇ ਨਾਲ ਖੁਸ਼ੀ ਦਾ ਸੰਬੰਧ ਹੈ, ਉਹਨਾਂ ਨੂੰ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ। ਕਈ ਇਨਸਾਨਾਂ ਦੇ ਨਾਲ ਕਿਉਂਕਿ ਸਾਡਾ ਵਰਤਾਵ ਕਿਤੇ ਚੰਗਾ ਨਹੀਂ ਹੋਇਆ ਜਾਂ ਉਹਨਾਂ ਨੇ ਕੁਝ ਕਹਿਤਾ ਤਾਂ ਉਹ ਬੜਾ ਨੈਗੇਟਿਵ ਜਿਹਾ ਸੰਬੰਧ ਜੁੜਿਆ ਹੁੰਦਾ ਹੈ। ਉਹਨਾਂ ਨੂੰ ਦੇਖ ਕੇ ਇਨਸਾਨ ਨੂੰ ਗਿਲੇ ਸ਼ਿਕਵੇ ਜਾਂ ਗੁੱਸਾ ਜਾਂ ਹੋਰ ਕੁਝ ਆ ਜਾਂਦਾ ਹੈਗਾ। ਉਸੇ ਤਰ੍ਹਾਂ ਜਿਹੜਾ ਮੁਰਸ਼ਿਦ ਹੈ ਉਹਦਾ ਸੰਬੰਧ ਪਰਮਾਰਥ ਦੇ ਨਾਲ ਜੁੜਿਆ ਹੋਇਆ ਹੈ। ਸੋ ਜਦੋਂ ਵੀ ਆਪਾਂ ਦਰਸ਼ਨ ਕਰਦੇ ਹਾਂ, ਪਰਮਾਰਥ ਦੇ ਨਾਲ ਦੀ ਤਰਫ ਧਿਆਨ ਜਾਂਦਾ ਹੈਗਾ, ਅੰਦਰ ਇੱਕ ਹੋਰ ਜਿਹਾ ਮਾਹੌਲ ਮਹਿਸੂਸ ਹੁੰਦਾ ਹੈ। ਮਗਰ ਜੋੜਨਾ ਅੰਦਰ ਹੈ, ਬਾਹਰ ਨਹੀਂ। ਅਸੀਂ ਸ਼ਰੀਰਾਂ ਦੀ ਭਗਤੀ ਨਹੀਂ ਕਰਨੀ, ਭਗਤੀ ਸ਼ਬਦ ਦੀ ਕਰਨੀ ਹੈ। ਸੋ ਇਹ ਸਿਰਫ ਸਿਖਾਉਣ ਵਾਸਤੇ ਹੈ। ਜਿਵੇਂ ਮਾਂ-ਬਾਪ ਦਾ ਸੰਬੰਧ ਹੈਗਾ ਕਿ ਉਹਨਾਂ ਨੇ ਸਾਨੂੰ ਪਾਲਿਆ ਪੋਸਿਆ ਹੈ, ਸਾਡੀ ਦੇਖਭਾਲ ਕੀਤੀ ਹੈਗੀ ਹੈ, ਉਸੇ ਤਰ੍ਹਾਂ ਸਾਡਾ ਮੁਰਸ਼ਿਦ ਦੇ ਨਾਲ ਸੰਬੰਧ ਹੈ, ਇੱਕ ਪੋਜ਼ਿਟਿਵ ਪਰਮਾਰਥ ਦਾ। ਬਾਬਾ ਜੀ ਮੇਰਾ ਦੂਜਾ ਕੁਐਸਚਨ ਇਹ ਹੈ, ਬਾਬਾ ਜੀ ਜਦ ਅਸੀਂ ਡੇਰੇ ਆਉਂਦੇ ਹਾਂ, ਸੇਵਾ ਕਰਦੇ ਹਾਂ, ਤੁਹਾਡੇ ਦਰਸ਼ਨ ਵੀ ਕਰਦੇ ਹਾਂ ਬਾਬਾ ਜੀ, ਉਸ ਟਾਈਮ ਬਾਬਾ ਜੀ ਸਾਡਾ ਮਨ ਬਹੁਤ ਨੀਵਾਂ ਹੋਇਆ ਹੁੰਦਾ, ਉਹ ਸਾਡੀ ਵੇਰੇ ਤੜਪ ਬੜੇ ਪੀਕ ਤੇ ਹੁੰਦੀ ਹੈ। ਬਟ ਬਾਬਾ ਜੀ 2-3 ਦਿਨਾਂ ਬਾਅਦ ਬਾਬਾ ਜੀ ਫਿਰ ਉਸੇ ਮਤਲਬ ਵੀਰੇ ਤੜਪ ਸਾਡੀ ਕੰਟੀਨਿਊ ਨਹੀਂ ਕਰ ਪਾਉਂਦੀ ਬਾਬਾ ਜੀ। ਮਾਲਿਕ ਨਹੀਂ ਬੇਟਾ ਕੋਈ ਚੀਜ਼ ਦੇ ਕੇ ਵਾਪਸ ਲੈਂਦਾ। ਇਹਦਾ ਮਤਲਬ ਕਿ ਸਾਡਾ ਮਨ ਇੰਨਾ ਹਾਵੀ ਹੋਇਆ ਹੋਇਆ ਹੈਗਾ
ਕਿ ਅਸੀਂ ਮਾਹੌਲ ਬਣਾ ਕੇ ਵੀ ਉਹਨੂੰ ਨਿਭਾ ਨਹੀਂ ਸਕਦੇ। ਇਹਦਾ ਮਤਲਬ ਬਾਗਡੋਰ ਸਾਡੇ ਹੱਥ ਵਿੱਚ ਨਹੀਂ ਗੀ। ਜੇ ਸਾਡੇ ਹੱਥ ਵਿੱਚ ਹੁੰਦੀ ਤਾਂ ਜਿਹੜੀ ਚੀਜ਼ ਨੂੰ ਤੁਸੀਂ ਅਹਿਮ ਮੰਨਦੇ ਹੋ ਐ ਤਾਂ ਨਹੀਂ ਖੋ ਸਕਦੇ ਬੇਟਾ। ਸੋ ਮਨ ਹਾਵੀ ਹੋ ਜਾਂਦਾ ਬੇਟਾ। ਇਹਦਾ ਮਤਲਬ ਹੈ ਕਿ ਸਾਨੂੰ ਹੋਰ ਲੋੜ ਹੈ ਕਿ ਆਪਾਂ ਭਜਨ ਸਿਮਰਨ ਕਰੀਏ ਕਿ ਮਨ ਦੀ ਬਾਗਡੋਰ ਸਾਡੇ ਹੱਥ ਵਿੱਚ ਹੋਵੇ ਬੇਟਾ। ਬਾਬਾ ਜੀ ਦਇਆ ਮਿਹਰ ਬਣਾ ਕੇ ਰੱਖੇ ਬਾਬਾ ਜੀ। ਰਤਨ ਬਾਬਾ ਜੀ, ਜਿੱਦਾਂ ਬਹੁਤ ਸਾਰੀਆਂ ਐਨਜੀਓ ਚੱਲਦੀਆਂ ਪਈਆਂ ਪੰਜਾਬ ਦੇ ਵਿੱਚ ਵੀ ਬਾਹਰ ਵਿੱਚ ਵੀ, ਤੇ ਡੇਰੇ ਕੋਲ ਬਹੁਤ ਸਾਰੇ ਜਨ ਸਾਧਨ ਵੀ ਹੈ, ਚਲੋ ਪੈਸਾ ਵੀ ਕਹਿ ਸਕਦੇ ਕਿ ਹੈ, ਤੇ ਡੇਰਾ ਕਿਉਂ ਨਹੀਂ ਇਦਾਂ ਕਰਦਾ ਕਿ ਜੋ ਆਪਣੇ ਪਿੰਡਾਂ ਵਿੱਚ ਜਾਂ ਸ਼ਹਿਰਾਂ ਵਿੱਚ ਜੋ ਗਰੀਬ ਬੱਚੀਆਂ ਜੋ ਵਿਆਹੁਣਯੋਗ ਨੇ ਪਰ ਉਹਨਾਂ ਦੇ ਪਰਿਵਾਰ ਨੂੰ ਜੋ ਸਮੱਗਰੀ ਚਾਹੀਦੀ ਹੁੰਦੀ ਵਿਆਹ ਵੇਲੇ ਉਹ ਪੂਰੀ ਨਹੀਂ ਹੋ ਪਾਉਂਦੀ ਹਨਾ। ਪਿੰਡ ਦੇ ਕਾਫੀ ਲੋਕ ਮਿਲ ਕੇ ਕਰਦੇ ਆ ਪਰ ਕੁਝ ਚੀਜ਼ਾਂ ਫਿਰ ਵੀ ਰਹਿ ਜਾਂਦੀਆਂ ਨੇ, ਤੇ ਕਿਉਂ ਨਹੀਂ ਬਾਬਾ ਜੀ ਡੇਰਾ ਇਦਾਂ ਸਟਾਰਟਿੰਗ ਕਰਦਾ ਕਿ ਉਹ ਉਹਨਾਂ ਗਰੀਬ ਬੱਚਿਆਂ ਦੀ ਕੋਈ ਹੈਲਪ ਕਰ ਸਕੇ ਜਿਨ੍ਹਾਂ ਦੇ ਮਕਾਨ ਪਰ ਮਤਲਬ ਕਿ ਪਿੰਡਾਂ ਵਿੱਚ ਜਾਂ ਸ਼ਹਿਰਾਂ ਵਿੱਚ ਉੱਦਾਂ ਦੇ ਰਹਿਣ ਯੋਗ ਨਹੀਂ ਹੈਗੇ। ਡੇਰਾ ਕਿਉਂ ਨਾ ਉਹਨਾਂ ਨੂੰ ਮਕਾਨ ਇੱਕ ਵਧੀਆ ਪ੍ਰੋਵਾਈਡ ਕਰ ਸਕਦਾ। ਬੇਟਾ ਇੱਕ ਹੈਗਾ ਸੋਸ਼ਲ ਤਾਂ ਦੂਜਾ ਹੈਗਾ ਪਰਮਾਰਥੀ। ਜੀ। ਸੋਸ਼ਲ ਕੰਮ ਕਰਨ ਵਾਲੇ ਬਹੁਤ ਸੰਸਥਾਵਾਂ ਹੈਗੀਆਂ, ਕੋਈ ਕਮੀ ਨਹੀਂ ਗਈ। ਸਿਰਫ ਪਰਮਾਰਥ ਕਰਨ ਵਾਲੀਆਂ ਕਿੰਨੀਆਂ? ਹੁਣ ਹੁੰਦਾ ਕੀ ਹੈ ਬੇਟਾ, ਸ਼ੁਰੂਆਤ ਪਰਮਾਰਥ ਤੋਂ ਹੁੰਦੀ ਹੈ। ਜਿਵੇਂ ਜਿਵੇਂ ਸੰਗਤ ਵੱਧਦੀ ਜਾਂਦੀ ਹੈ ਥੋੜਾ ਜਿਹਾ ਲੋੜ ਮਹਿਸੂਸ ਹੁੰਦਾ ਹੈ ਕਿ ਬਈ ਇਧਰਲੇ ਪਾਸੇ ਵੀ ਧਿਆਨ ਦੇਣਾ ਚਾਹੀਦਾ ਹੈਗਾ, ਮਗਰ ਉਹ ਨਿਭਾਉਣ ਵਾਸਤੇ ਬੇਟਾ ਫਿਰ ਇੱਕ ਬਹੁਤ ਵੱਡਾ ਸਟਰਕਚਰ ਖੜਾ ਕਰਨਾ ਪੈਂਦਾ। ਜਿੰਨਾ ਸਟਰਕਚਰ ਖੜਾ ਕਰੋਗੇ ਉਨੇ ਇਨਸਾਨ ਚਾਹੀਦੇ ਹੈ। ਇਨਸਾਨ ਆਣਗੇ, ਵਿੱਚ ਜੈਲਸੀ ਆ ਜੂਗੀ, ਵਿੱਚ ਲੱਤ ਖਿੱਚਣੀ ਪੈਸੇ ਦਾ, ਇਹ ਸਾਰਾ ਕੁਝ ਆ ਜੂਗਾ। ਉਹਦੇ ਨਾਲ ਹੋਊਗਾ ਕਿ ਉਹ ਪਰਮਾਰਥ ਡਾਇਲਿਊਟ ਹੋ ਜਾਂਦੀ। ਕੀ ਚਾਹੀਦਾ ਹੈ? ਆਪਾਂ ਇਨਸਾਨ ਨੂੰ ਚੰਗੇ ਇਨਸਾਨ ਬਣਾਈਏ ਕਿ ਉਹ ਖੁਦ ਇਹੋ ਜਿਹੇ ਕਾਰਜ ਕਰਨ ਕਿ ਆਪਾਂ ਖੁਦ ਕਰਨੇ ਸ਼ੁਰੂ ਕਰ ਦਈਏ ਔਰ ਇਨਸਾਨ ਨਿਕੰਮੇ ਦੇ ਨਿਕੰਮੇ ਰਹਿਣ। ਇਸ ਕਰਕੇ ਬੇਟਾ ਆਪਾਂ ਸ਼ੁਰੂ ਤੋਂ ਜੜ ਤੋਂ ਇਹਨਾਂ ਚੀਜ਼ਾਂ ਨੂੰ ਦੇਖਣਾ। ਜਿਹੜਾ ਇਨਸਾਨ ਚੰਗਾ ਬਣ ਗਿਆ ਨਾ, ਉਹਨੇ ਆਪਣੇ ਆਪ ਦੂਜਿਆਂ ਦੀ ਮਦਦ ਕਰਨੀ। ਸੋ ਉਹ ਬਿਹਤਰ ਹੈ ਕਿ ਅਸੀਂ ਉਹਨਾਂ ਨੂੰ ਮੁਹਤਾਜ ਬਣਾ ਦਈਏ ਕਿ ਆਸਾਨੀ ਦੇ ਨਾਲ ਸਾਰੇ ਦੇ ਕਾਰਜ ਕਰਦੇ ਰਹੀਏ ਔਰ ਉਹ ਆਪਣੇ ਪੈਰਾਂ ਦੇ ਉੱਤੇ ਖੜੇ ਨਾ। ਸੋ ਬੜਾ ਬੇਟਾ ਇਹਦੇ ਉੱਤੇ ਸੋਚ ਵਿਚਾਰ ਹੁੰਦਾ ਹੈ। ਜਿੰਨਾ ਆਪਾਂ ਕਰ ਸਕਦੇ ਹਾਂ ਕਰਦੇ ਹਾਂ। ਹੁਣ ਕੋਵਿਡ ਵਿੱਚ ਜਿੰਨਾ ਵੀ ਆਪਾਂ ਕਰ ਸਕਦੇ ਸੀ ਕਰ ਰਹੇ ਹਾਂ, ਆਪਾਂ ਪਿੱਛੇ ਤਾਂ ਨਹੀਂ ਹਟੇ। ਮਗਰ ਇਹਨੂੰ ਅਗਲਾ ਕਦਮ ਚੁੱਕਣਾ ਬੇਟਾ, ਉਹਦਾ ਫਿਰ ਜਿਹੜਾ ਰੈਪਰਕਸ਼ਨ ਹੈ ਉਹ ਫਿਰ ਪਰਮਾਰਥ ਤੋਂ ਆਪਾਂ ਦੂਰ ਹੋ ਜਾਵਾਂਗੇ। ਤੁਸੀਂ ਦੂਜੀਆਂ ਸੰਸਥਾਵਾਂ ਨੂੰ ਦੇਖੋ, ਜਿੱਥੇ ਵੀ ਉਹਨਾਂ ਨੇ ਦੇਖੋ ਸਕੂਲ ਖੋਲ੍ਹ ਲਏ, ਕਾਲਜ ਖੋਲ੍ਹ ਲਏ, ਹੋਰ ਚੀਜ਼ਾਂ ਖੋਲ੍ਹ ਲਈਆਂ, ਪਰਮਾਰਥ ਤੋਂ ਪਰੇ ਹੋ ਗਏ। ਬਾਬਾ ਜੀ ਅਸੀਂ ਸੁਣਦੇ ਆ ਰਹੇ ਕਿ ਹਰ ਇੱਕ ਇਨਸਾਨ ਦੇ ਵਿੱਚ ਪਰਮਾਤਮਾ ਦਾ ਵਾਸ ਹੈ ਤੇ ਹਰ ਇੱਕ ਇਨਸਾਨ ਰੱਬ ਦਾ ਰੂਪ ਹੈ, ਉਹਦੇ ਵਿੱਚ ਰੱਬ ਹੀ ਹੈ। ਵੀ ਜਦੋਂ ਅਸੀਂ ਕਿਸੇ ਨਾਲ ਵਿਵਹਾਰ ਕਰਦੇ ਹਾਂ ਤਾਂ ਸਾਨੂੰ ਇਸ ਤਰ੍ਹਾਂ ਦਾ ਵਿਵਹਾਰ ਕਰਨਾ ਚਾਹੀਦਾ ਕਿ ਸਾਹਮਣੇ ਆਪਾਂ ਰੱਬ ਨੂੰ ਮਿਲ ਰਹੇ ਹਾਂ। ਪਰ ਜਦੋਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਤਾਂ ਥੋੜਾ ਜਿਹਾ ਸਾਹਮਣੇ ਵਾਲਾ ਬੰਦਾ ਅਨਬੈਲੈਂਸ ਹੁੰਦਾ ਤਾਂ ਆਪਾਂ ਇੱਕਦਮ ਹੀ ਉਹ ਹੋਸ਼ ਆਪਣਾ ਗਵਾ ਦਿੰਦੇ ਤੇ ਆਪਾਂ ਵੀ ਆਪਣੇ ਆਪੇ ਤੋਂ ਬਾਹਰ ਹੋ ਜਾਂਦੇ ਹਾਂ ਜੀ। ਆਪਾਂ ਉਹ ਚੀਜ਼ ਨੂੰ ਭੁੱਲ ਜਾਂਦੇ ਹਾਂ ਕਿ ਸਾਹਮਣੇ ਵਾਲਾ ਪਰਮਾਤਮਾ ਆਪਣੇ ਅੱਗੇ ਨਹੀਂ ਬੇਟਾ ਦੇਖੋ, ਇਸ ਤਰ੍ਹਾਂ ਹੈਗਾ ਕਿ ਸਾਨੂੰ ਇੱਕ ਚੀਜ਼ ਦੱਸੀ ਜਾਂਦੀ ਹੈ, ਉਹਦੇ ਨਾਲ ਮਨ 'ਚ ਇੱਕ ਸੋਚ ਬੈਠਦੀ ਹੈ, ਮਗਰ ਜਿਹੜਾ ਅਗਲਾ ਆਦਮੀ ਹੈ, ਹੁਣ ਦੇਖੋ ਸਰਸੰਗ 'ਚ ਸਾਨੂੰ ਦੱਸਤਾ ਕਿ ਮਾਲਿਕ ਘਟ ਘਟ ਮੇ ਹਰਜੂ ਬਸੇ ਸੰਤਨ ਕਹਿਓ ਪੁਕਾਰ। ਠੀਕ ਹੈ ਨਾ। ਹੁਣ ਸੁਣ ਲਿਆ ਆਪਾਂ, ਹੁਣ ਆਪਾਂ ਕਿਸੇ ਨੂੰ ਮਿਲੇ ਔਰ ਉਹ ਇਹੋ ਜਿਹਾ ਸਾਡੇ ਨਾਲ ਵਿਵਹਾਰ ਕਰੇ ਜੋ ਜਾਨਵਰਾਂ ਵਰਗਾ ਹੈ ਤਾਂ ਮੰਨਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਭਾਈ ਇਹ ਤਾਂ ਜਾਨਵਰ ਵਰਗਾ ਵਿਵਹਾਰ ਕਰ ਰਿਹਾ ਤੇ ਇਹਦੇ ਵਿੱਚ ਰੱਬ ਕਿਵੇਂ ਹੋ ਸਕਦਾ ਹੈ। ਹਾਂਜੀ। ਸੋ ਬੇਟਾ ਪਹਿਲਾਂ ਸਾਨੂੰ ਉਸ ਮੁਕਾਮ ਤੇ ਪਹੁੰਚਣਾ ਪਊਗਾ ਜਿੱਥੇ ਆਪਾਂ ਇਹਨਾਂ ਚੀਜ਼ਾਂ ਤੋਂ ਉੱਤੇ ਉੱਠ ਸਕੀਏ। ਆਪਾਂ ਤਾਂ ਹਰੇਕ ਚੀਜ਼ ਪਰਖ ਦੇ ਨਾਲ ਕਰਦੇ ਹਾਂ ਬੇਟਾ। ਪਰਖ ਵਿੱਚ ਸਾਨੂੰ ਹਰੇਕ ਚੀਜ਼ ਚੰਗੀ ਔਰ ਮਾੜੀ ਦਿਖਾਈ ਦਿੰਦੀ ਹੈ। ਸੋ ਭਜਨ ਸਿਮਰਨ ਕਰਾਂਗੇ, ਆਪਣੀ ਅਵਸਥਾ ਉੱਚੀ ਲੈ ਕੇ ਜਾਵਾਂਗੇ ਨਾ, ਤਾਂ ਸਾਨੂੰ ਇਸ ਚੀਜ਼ ਦਾ ਅਸਲ ਵਿਸ਼ਵਾਸ ਹੋਊਗਾ। ਇਸ ਵਕਤ ਸਿਰਫ ਸੋਚ ਹੈ। ਉਹ ਸੋਚ ਦੇ ਨਾਲ ਆਪਾਂ ਇੱਕ ਕਨਸੈਪਟ ਮਨ 'ਚ ਬਣਾ ਲਈ
ਮਗਰ ਉਹਦੀ ਸੱਚਾਈ ਦਾ ਅਹਿਸਾਸ ਤਾਂ ਹੋਊਗਾ ਜਦੋਂ ਤੁਹਾਨੂੰ ਅਸਲ ਵਿੱਚ ਉਹਦੀ ਕਰਨੀ ਵਿੱਚ ਉਹ ਚੀਜ਼ ਦਿਖਾਈ ਦਿਓ। ਠੀਕ ਹੈ ਜੀ। ਹੁਣ ਭਾਵੇਂ ਉਹ ਜਾਨਵਰ ਵੀ ਬਣ ਕੇ ਦਿਖਾ ਰਿਹਾ ਹੈ, ਹਾਂਜੀ ਮਗਰ ਜੇ ਤੁਹਾਡੀ ਅਵਸਥਾ ਠੀਕ ਹੋਈ ਨਾ, ਤੁਹਾਨੂੰ ਉਹਦੇ ਵਿੱਚੋਂ ਵੀ ਕੁਝ ਚੰਗਾ ਦਿਖਾਈ ਦੇਊਗਾ। ਫਿਰ ਆਪਾਂ ਪਰਖਾਂ 'ਚ ਨਹੀਂ ਪਾਵਾਂਗੇ। ਠੀਕ ਹੈ ਜੀ। ਇੱਕ ਬਾਬਾ ਜੀ, ਜਦੋਂ ਆਪਾਂ ਨੂੰ ਐਵੇਂ ਫੀਲ ਹੁੰਦਾ ਕਿ ਜ਼ਿੰਦਗੀ ਦਾ ਕੋਈ ਦੁਨਿਆਵੀ ਮੀਨਿੰਗ ਨਹੀਂ ਹੈਗਾ, ਤਾਂ ਜਦੋਂ ਜ਼ਿੰਦਗੀ 'ਚ ਛੋਟੀਆਂ ਛੋਟੀਆਂ ਘਟਨਾਵਾਂ ਹੁੰਦੀਆਂ ਆਪਾਂ ਉਹਨੂੰ ਸੀਰੀਅਸ ਨਹੀਂ ਲੈਂਦੇ, ਰਿਲੈਕਸ ਰਹਿਣਾ ਚਾਹੁੰਦੇ ਹਾਂ, ਤਾਂ ਦੂਸਰੇ ਵਾਲੇ ਸੋਚਦੇ ਨੇ ਕਿ ਇਹਦਾ ਬੋਲੇ ਆ ਵੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੀ। ਚੰਗੀ ਗੱਲ ਹੈ ਬੇਟਾ। ਆਪਾਂ ਆਪਣੇ ਆਪ ਨੂੰ ਇਹੋ ਜਿਹਾ ਬਣਾਉਣਾ ਹੈ ਕਿ ਨਾ ਦੁੱਖ ਨਾ ਸੁੱਖ ਦੋਨੋਂ ਦਾ ਅਸਰ ਨਹੀਂ ਹੋਣਾ ਚਾਹੀਦਾ। ਦੁੱਖ ਸੁੱਖ ਦੋਨੋਂ ਸਮ ਕਰ ਜਾਣ, ਔਰ ਮਾਨ ਅਪਮਾਨਾ, ਦੋਨੋਂ ਚੀਜ਼ਾਂ। ਇਹ ਜਿਹੜਾ ਉਤਾਰ ਚੜਾਵ ਹੈ ਨਾ, ਇਹਦੇ ਨਾਲ ਮਨ ਸ਼ਾਂਤ ਹੁੰਦਾ ਹੈ। ਤੇ ਜੇ ਆਪਾਂ ਹਰੇਕ ਚੀਜ਼ ਨੂੰ ਉਸੇ ਲਹਿਜ਼ੇ ਵਿੱਚ ਲਵਾਂਗੇ ਤਾਂ ਉਤਾਰ ਚੜਾਵ ਤਾਂ ਹੋਣਾ ਹੀ ਨਹੀਂ ਬੇਟਾ। ਠੀਕ ਹੈ ਬਾਬਾ ਜੀ, ਧੰਨਵਾਦ। ਬਹੁਤ ਕੁਝ ਦਿੱਤਾ ਜੀ, ਆਪਣੀ ਹੈਸੀਅਤ ਨਾਲੋਂ ਮੇਰੇ ਨਾਲੋਂ ਬਹੁਤ ਜ਼ਿਆਦਾ ਮਿਲਿਆ। ਬਹੁਤ ਬਹੁਤ ਸ਼ੁਕਰੀਆ ਜੀ। ਬਾਬਾ ਜੀ, ਜਦੋਂ ਇਨਸਾਨ ਦੀ ਇੱਛਾਵਾਂ ਦਿਨੋਂ ਦਿਨ ਵੱਧਦੀਆਂ ਰਹਿੰਦੀਆਂ ਹਨ ਤਾਂ ਉਸ ਨੂੰ ਮਨ ਦੀ ਇਕਾਗਰਤਾ ਲਈ ਕੀ ਕਰਨਾ ਚਾਹੀਦਾ? ਬੇਟਾ ਇਹਦੇ 'ਚ ਦੋ ਪਹਿਲੂ ਹੈਗੇ ਆ। ਇੱਕ ਤਾਂ ਇਹ ਹੈਗਾ ਕਿ ਆਪਾਂ ਇਹੋ ਜਿਹੀ ਅਵਸਥਾ ਬਣਾਈਏ ਕਿ ਜੋ ਵੀ ਕੰਮ ਕਰੀਏ ਨਿਸ਼ਕਾਮ ਹੋ ਕੇ ਕਰੀਏ, ਕਿ ਉਹਦੇ ਵਿੱਚ ਗਿਣਤੀ ਨਹੀਂ ਲਿਆਣੀ ਕਿ ਇਹਦੇ 'ਚ ਮੈਨੂੰ ਕੀ ਮਿਲੂਗਾ। ਕਿਉਂਕਿ ਜਿੱਥੇ ਗਿਣਤੀ ਲੈ ਆਏ ਤਾਂ ਬੇਟਾ ਕਾਰੋਬਾਰ ਹੋ ਗਿਆ, ਫਿਰ ਉਹ ਸੇਵਾ ਭਾਵਨਾ ਦੀ ਗੱਲ ਨਹੀਂ ਹੋਈ ਵਿੱਚ। ਮਗਰ ਉਹ ਤਾਂ ਲਕਸ਼ ਹੈਗਾ। ਹੁਣ ਜੇ ਆਪਾਂ ਆਪਣੇ ਮਾਹੌਲ ਨੂੰ ਦੇਖੀਏ, ਆਪਣੀ ਜ਼ਿੰਦਗੀ ਨੂੰ ਦੇਖੀਏ ਕਿ ਜੋ ਕੁਝ ਵੀ ਹੁੰਦਾ ਹੈ, ਜਿੰਨਾ ਚਿਰ ਮਨ 'ਚ ਚਾਹਤ ਨਹੀਂ ਹੋਊਗੀ ਤਾਂ ਕਿਵੇਂ ਹੋਊਗਾ ਬੇਟਾ। ਹੁਣ ਮੇਰੇ ਮਨ 'ਚ ਚਾਹਤ ਹੈਗੀ ਹੈ ਕਿ ਮੈਂ ਸਾਫ਼ ਸੁਥਰਾ ਰਹਿਣਾ, ਤਾਂ ਹੀ ਜਾ ਕੇ ਨਹਾਊਂਗਾ। ਮੇਰੇ ਮਨ 'ਚ ਇੱਛਾ ਹੈਗੀ ਹੈ ਕਿ ਮੈਂ ਜਿਸਮ ਦਾ ਦੇਖਭਾਲ ਕਰਾਂ, ਤਾਂ ਹੀ ਰੋਟੀ ਖਾਊਂਗਾ ਬੇਟਾ। ਸੋ ਹਰੇਕ ਚੀਜ਼ ਇੱਕ ਇੱਛਾ ਤੋਂ ਸ਼ੁਰੂ ਹੁੰਦੀ ਹੈ, ਲੋੜ ਤੋਂ ਸ਼ੁਰੂ ਹੁੰਦੀ ਹੈ। ਲੋੜ ਦੇ ਨਾਲ ਇੱਛਾ ਜੁੜੀ ਹੋਈ ਹੈ। ਮਾਲਕ ਦੀ ਜਿਹੜੀ ਭਗਤੀ ਦੀ ਵੀ ਹੈ, ਉਹ ਵੀ ਜਿੰਨਾ ਚਿਰ ਲੋੜ ਨਹੀਂ ਹੋਊਗੀ ਤਾਂ ਕਿੱਥੋਂ ਕਰਾਂਗੇ ਆਪਾਂ ਬੇਟਾ। ਉਹ ਵੀ ਫਿਰ ਇੱਛਾ ਹੀ ਹੋਗੀ ਨਾ ਕਿ ਮੇਰਾ ਭਜਨ ਸਿਮਰਨ ਬਣੇ, ਮਾਲਕ ਨਾਲ ਮੇਰਾ ਰਿਸ਼ਤਾ ਜੋ ਹੋਵੇ। ਸੋ ਮਨ ਵਿੱਚ ਇੱਛਾ ਰਹੂਗੀ। ਇਹ ਤਾਂ ਬਹੁਤ ਉੱਚੇ ਮੰਜ਼ਿਲਾਂ ਤੇ ਜਾ ਕੇ ਇੱਛਾ ਖਤਮ ਹੋਊਗੀ। ਇਸ ਅਵਸਥਾ ਵਿੱਚ ਆਪਾਂ ਇਹ ਸੋਚੀਏ ਕਿ ਆਪਾਂ ਸਿਰਫ ਉਹੀ ਇੱਛਾ ਅੱਗੇ ਰੱਖੀਏ ਜਿਹੜੀ ਸਾਡੀ ਬਿਹਤਰੀ ਵਾਸਤੇ ਹੈ। ਹੁਣ ਜਿਵੇਂ ਮਾਲਕ ਦੀ ਭਗਤੀ ਹੈ ਜਾਂ ਸੇਵਾ ਹੈ ਜਾਂ ਇਹ ਚੀਜ਼ਾਂ ਹੈਗੀਆਂ, ਬਜਾਏ ਦੇ ਕਿ ਇਹ ਚੀਜ਼ਾਂ ਮੰਗੀਏ ਜਿਹੜੇ ਪੈਰਾਂ 'ਚ ਆ ਕੇ ਬੇੜੀਆਂ ਪੈ ਜਾਣਗੀਆਂ। ਜਿਸ ਚੀਜ਼ ਦੇ ਨਾਲ ਮੇਰਾ ਬੋਝ ਵਧੂਗਾ ਉਹਨੂੰ ਹਾਸਿਲ ਕਰਨ ਦਾ ਮੈਨੂੰ ਕੀ ਫਾਇਦਾ ਹੋਇਆ ਬੇਟਾ। ਜਿਸ ਚੀਜ਼ ਦੇ ਨਾਲ ਮੇਰਾ ਬੋਝ ਹਲਕਾ ਹੋਊਗਾ ਮੈਂ ਉਹਦੀ ਤਰਫ ਵਧਾਂ। ਇਸ ਕਰਕੇ ਆਪਾਂ ਨੂੰ ਵਿਵੇਕ ਦਿੱਤੀ ਗਈ ਹੈ ਬੇਟਾ ਕਿ ਸੋਚੀਏ ਸਮਝੀਏ ਤਾਂ ਆਪਾਂ ਮੰਗ ਅੱਗੇ ਰੱਖੀਏ। ਨਾਮ ਦੀ ਬਖਸ਼ਿਸ਼ ਕਰਨਾ। ਥੈਂਕ ਯੂ ਬਾਬਾ ਜੀ। ਕਦੀ ਸੋਚਿਆ ਨਹੀਂ ਸੀ ਬਾਬਾ ਜੀ ਵੀ ਇਹ ਮੌਕਾ ਸਾਨੂੰ ਮਿਲੂਗਾ। ਬਹੁਤ ਬਹੁਤ ਥੈਂਕ ਯੂ ਬਾਬਾ ਜੀ। ਬਾਬਾ ਜੀ, ਜਿਹੜਾ ਕਰੋਨਾ ਦਾ ਟੀਕਾ ਬਾਬਾ ਜੀ ਉਹ ਲਵਾਉਣਾ ਜ਼ਰੂਰੀ ਹੈ ਬਾਬਾ ਜੀ। ਬੱਚੇ ਡਰਦੇ ਬਹੁਤ ਜ਼ਿਆਦਾ ਹੈ। ਕਿਉਂ ਡਰਦੇ ਆ ਆਪਾਂ ਬੇਟਾ? ਹਾਂਜੀ, ਇਹ ਠੀਕ ਹੈਗਾ ਕਿ ਲੋਕਾਂ ਦਾ ਅਲੱਗ-ਅਲੱਗ ਨਜ਼ਰੀਆ ਹੈਗਾ, ਹਾਂਜੀ, ਮਗਰ ਡੇਰੇ ਵਿੱਚ ਤਾਂ ਸਾਰਿਆਂ ਨੇ ਲਗਾ ਲਿਆ, ਦੂਜਾ ਵੀ ਲਵਾ ਲਿਆ। ਸਭ ਤੋਂ ਪਹਿਲਾਂ ਮੈਂ ਲਾਇਆ, ਅੱਛਾ ਜੀ, ਤੇ ਜੇ ਮੈਨੂੰ ਕੁਝ ਨਹੀਂ ਹੋਇਆ ਤਾਂ ਤੁਸੀਂ ਕਿਉਂ ਘਬਰਾਉਂਦੇ ਹੋ? ਠੀਕ ਬਾਬਾ ਜੀ। ਹਾਂਜੀ, ਥੈਂਕ ਯੂ ਬਾਬਾ ਜੀ। ਰਾਜ ਸਿੰਘ ਬਾਬਾ ਜੀ। ਬਾਬਾ ਜੀ, ਮੇਰਾ ਕੁਐਸਚਨ ਹੈ ਵੀ ਸਤਸੰਗੀ ਲਈ ਤੁਸੀਂ ਮਤਲਬ ਪਰਮਾਰਥ ਲਈ ਆਪਾਂ ਨੇ ਸੇਵਾ ਤੇ ਨਾਮਦਾਨ ਬਖਸ਼ਿਆ ਹੈ, ਤੇ ਸਵਾਰਥ ਲਈ ਕੋਈ ਨੌਕਰੀ ਪੇਸ਼ਾ ਕਰਦਾ, ਕੋਈ ਬਿਜ਼ਨਸ ਕਰਦਾ ਹੈ। ਦੋਨਾਂ ਲਈ ਇਮਾਨਦਾਰੀ ਬਹੁਤ ਜ਼ਰੂਰੀ ਹੈ। ਤੇ ਬਾਬਾ ਜੀ, ਇਹ ਹੋ ਸਕਦਾ ਜਿਵੇਂ ਆਪਾਂ ਮਤਲਬ ਇਮਾਨਦਾਰੀ ਪਰਮਾਰਥ ਲਈ ਤਾਂ ਵਰਤ ਰਹੇ ਹਾਂ ਬਹੁਤ, ਬਟ ਆਪਣਾ ਜਿਹੜਾ ਜਿੱਥੋਂ ਰੋਜੀ ਰੋਟੀ ਚੱਲਦੀ ਹੈ ਉਸ ਜਗ੍ਹਾ ਤੇ ਆਪਾਂ ਇਮਾਨਦਾਰੀ ਨਹੀਂ ਵਰਤਦੇ, ਫਿਰ ਕਿਆ ਅਸੀਂ ਆਪਣਾ ਸਵਾਰਥ ਸਵਾਰ ਸਕਦੇ ਹਾਂ ਉਸ ਪਰਮਾਰਥ? ਬੇਟਾ ਕਿਵੇਂ ਫਿਰ ਭਜਨ ਸਿਮਰਨ ਕਿਵੇਂ ਬਣੂਗਾ ਬੇਟਾ? ਦੇਖੋ, ਹਜ਼ੂਰ ਕਿਆ ਕਰਦੇ ਸੀ, ਮਨ ਕਾਬੂ ਵਿੱਚ ਹੈ ਤਾਂ ਇਸ ਤੋਂ ਬਿਹਤਰ ਦੋਸਤ ਨਹੀਂ ਹੋ ਸਕਦਾ। ਮਨ ਬੇਕਾਬੂ ਹੈ ਤੇ ਇਸ ਤੋਂ ਵੱਡਾ ਦੁਸ਼ਮਣ ਨਹੀਂ ਹੋ ਸਕਦਾ। ਹੁਣ ਜੋ ਵੀ ਕਰਾਂਗੇ ਮਨ ਦੇ ਉੱਤੇ ਤਾਂ ਅਸਰ ਪਊਗਾ ਜੀ। ਤੇ ਜੇ ਮਨ ਹੀ ਦਾਗੀ ਹੋ ਗਿਆ, ਮਨ ਦੇ ਉੱਤੇ ਇਹੋ ਜਿਹੇ ਪ੍ਰਭਾਵ ਪੈ ਗਏ, ਉਹ ਮਨ ਫਿਰ ਲੱਗੂਗਾ ਵੀ ਨਹੀਂ ਬੇਟਾ। ਫਿਰ ਤਾਂ ਜਿਹੋ ਜਿਹੇ ਪ੍ਰਭਾਵ ਪਏ ਉਹਨਾਂ ਨੇ
ਮਨ ਨੇ ਉਸੇ ਤਰਫ ਹੀ ਖਿੱਚਣਾ ਆਪਾਂ ਨੂੰ। ਮਨ ਸਾਫ਼ ਸੁਥਰਾ ਹੋਊਗਾ ਫੇਰ ਹੀ ਤੁਸੀਂ ਅੱਖਾਂ ਦੇ ਪਿੱਛੇ ਟਿਕਾਓਗੇ। ਬਾਬਾ ਜੀ ਭਜਨ ਸਿਮਰਨ ਦੀ ਦਿਆ ਕਰਿਓ ਤੇ ਬੱਚਿਆਂ ਦੇ ਦਿਆ ਪਰ ਹੱਥ ਰੱਖਿਓ ਬਾਬਾ ਜੀ। ਦੂਜਾ ਸਵਾਲ ਬਾਬਾ ਜੀ ਇਹ ਆ ਵੀ ਪਿਤਾ ਜੀ ਜਿਹੜੇ ਹੈਗੇ ਉਹਨਾਂ ਨੇ ਨਾਮਦਾਨ ਵੱਡੇ ਮਹਾਰਾਜ ਜੀ ਕੋਲ ਲਿਆ ਆ ਤੇ ਉਹਨਾਂ ਦੇ ਤਾਂਘ ਬੜੀ ਆ, ਦਰਸ਼ਨਾਂ ਦੀ ਤੁਹਾਡੀ ਤਾਂਘ ਬੜੀ ਆ। ਉਹਨਾਂ ਦੇ ਬਹੁਤ ਵਾਰ ਮੈਨੂੰ ਆਖ ਚੁੱਕੇ ਹੈਗੇ ਵੀ ਮੈਨੂੰ ਬਾਬਾ ਜੀ ਦੇ ਦਰਸ਼ਨ ਕਰਾ ਕੇ ਲਿਆਓ, ਮੈਨੂੰ ਬਾਬਾ ਜੀ ਦੇ ਤੁਸੀਂ ਅੱਜ ਲੈ ਆਣਾ ਸੀਗਾ ਨਾਲ। ਬਾਬਾ ਜੀ 100 ਸਾਲ ਉਮਰ ਹੋ ਗਈ ਜੀ ਉਹਨਾਂ ਦੀ। ਅੱਛਾ ਕੋਈ ਨਾ ਹਾਂਜੀ। ਬੇਟਾ, ਉਹਨਾਂ ਨੂੰ ਕਹੋ ਭਜਨ ਸਿਮਰਨ ਕਰਨ, ਯਾਦ ਕਰਨ, ਆਪਣੇ ਆਪ ਮਾਲਿਕ ਬਖਸ਼ਿਸ਼ ਕਰਨਗੇ। ਬਾਬਾ ਜੀ ਉਹਨਾਂ ਨੂੰ ਨਾਮਦਾਨ ਸ਼ਬਦ ਭੁੱਲ ਗਿਆ ਜੇ ਤੇ ਤੁਸੀਂ ਯਾਦ ਕਰਾ ਦਿਓ। ਹਾਂਜੀ ਤੁਸੀਂ ਯਾਦ ਕਰਾ ਦਿਓ। ਠੀਕ ਹੈ ਬਾਬਾ ਜੀ, ਠੀਕ ਜੀ। ਰਸਮ ਜੀ ਬੱਚਿਆਂ ਤੇ ਦਇਆ ਮਿਹਰ ਕਰਿਓ ਜੀ। My question is regarding what is the right time to go for Namdan or to try to get Namdan. For instance, in your satsang, you say that the most important thing in life is to be a good human being and have a clear heart. And I'm really working on that to get away from feelings of jealousy, pride, and anger. So, for somebody like me, should I wait till the time I am confident of my self improvement and then try and get Namdan, or should I try and get Namdan and then do these two things in tandem? Beta, being a good human being is only laying the foundation. There is a saying, Tapo Raj, Rajo Narak. If you only do good deeds, you will still have to come back. You will come back in good circumstances. You do bad deeds, you will still have to come back. You will come back and have to pay the price of that. ठीक है ना? So the circle will continue. Question is, how do we get out of the circle of birth and death? How do I get salvation? How do I get mukti? And there the spiritual path is essential. Because it is only with the Shabad that I will be able to get out of the circle of birth and death. Now that depends upon the individual. There is no fixed time, KG, you should take initiation at this age or at this age or at this time. The question is of our maturity and understanding. When I start understanding life and I understand that there's more to life than just making money or just having a position or just the pleasures of life, then automatically I'll start searching for a path that will take me towards that. No? Essentially what each one of us is searching for is peace of mind and happiness. We run after money because we think that with money we will get that, or with position we will get that. But as maturity sets in, we realize that it is not through money or positions or anything, but when you're able to control your mind. And that you'll only be able to do through meditation. So that's up to you. When you feel you are ready, or when you are mature enough to know that this is my objective and this is how I have to reach the objective.